ਵੈਲਕਮ ਬੈਕ ਟੂ ਕਮਰਸ ਕਲਾਸਿਸ। ਤਾਂ ਅੱਜ ਦਾ ਆਪਣਾ ਟੌਪਿਕ ਹੈ ਉਹ ਹੈ ਸੈਲਿੰਗ ਥਰਡ ਪਾਰਟੀ ਪ੍ਰੋਡਕਟਸ। ਤਾਂ ਤੁਸੀਂ ਨੀਚੇ ਦੇਖ ਸਕਦੇ ਹੋ ਸੈਲਿੰਗ ਥਰਡ ਪਾਰਟੀ ਪ੍ਰੋਡਕਟਸ ਆਪਣਾ ਨੈਕਸਟ ਟੌਪਿਕ ਹੈ, ਜਿਹੜਾ ਕਿ ਇੰਸ਼ੋਰੈਂਸ ਐਂਡ ਮਿਊਚੁਅਲ ਫੰਡਸ ਹੈ। ਥਰਡ ਪਾਰਟੀ ਮੀਨਸ ਬੈਂਕ। ਇੱਕ ਤਾਂ ਆਪਣੇ ਕੋਲ ਬੈਂਕ ਹੁੰਦਾ, ਇੱਕ ਆਪਣੇ ਕੋਲ ਕਸਟਮਰ ਹੁੰਦਾ। ਹੁਣ ਇੱਕ ਹੈ ਥਰਡ ਪਾਰਟੀ। ਥਰਡ ਪਾਰਟੀ ਹੇਅਰ ਮੀਨਸ ਕਈ ਪ੍ਰੋਡਕਟਸ ਇਹੋ ਜਿਹੇ ਹੁੰਦੇ ਆ ਜਿਹੜੇ ਕਿ ਡਾਇਰੈਕਟਲੀ ਬੈਂਕ ਦੇ ਪ੍ਰੋਡਕਟਸ ਨਹੀਂ ਹੁੰਦੇ, ਬਟ ਕੋਈ ਹੋਰ ਪਾਰਟੀ ਆ ਕੇ ਬੈਂਕ ਨੂੰ ਇਹ ਕਹਿੰਦੀ ਹੈ ਕਿ ਅਸੀਂ ਤੁਹਾਨੂੰ ਕੁਝ ਕਮਿਸ਼ਨ ਪ੍ਰੋਵਾਈਡ ਕਰਾਂਗੇ, ਤੁਸੀਂ ਸਾਡੇ ਪ੍ਰੋਡਕਟਸ ਨੂੰ ਸੈਲ ਕਰੋ। ਕਮਿਸ਼ਨ ਫॉर ਸੈਲਿੰਗ ਦ ਪ੍ਰੋਡਕਟਸ। ਜਿਵੇਂ ਫॉर ਐਗਜ਼ਾਮਪਲ ਇਹਦੇ ਵਿੱਚ ਆਪਾਂ ਨੂੰ ਦਿੱਤਾ ਹੋਇਆ ਇੰਸ਼ੋਰੈਂਸ ਤੇ ਮਿਊਚੁਅਲ ਫੰਡਸ। ਹੁਣ ਕਈ ਵਾਰ ਆਪਾਂ ਨੂੰ ਜਿਵੇਂ ਆਪਾਂ HDFC ਬੈਂਕ ਦੇ ਵਿੱਚ ਆਈਏ ਤਾਂ ਆਪਾਂ ਨੂੰ ਕਹਿੰਦੇ ਆ ਕਿ ਤੁਸੀਂ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਲਓ ਜੀ, ਤੁਸੀਂ ਜਨਰਲ ਇੰਸ਼ੋਰੈਂਸ ਕਰਵਾ ਲਓ। ਤਾਂ ਉਹ ਸਾਰੀਆਂ ਚੀਜ਼ਾਂ ਕੀ ਹੈ, ਉਹ ਪ੍ਰੋਡਕਟਸ ਕਿਸੇ ਹੋਰ ਕੰਪਨੀ ਦੇ ਹੈ, ਬਟ ਸੈਲ ਉਹਨਾਂ ਨੂੰ ਕੌਣ ਕਰ ਰਿਹਾ ਹੈ? ਉਹਨਾਂ ਨੂੰ ਸੈਲ ਬੈਂਕ ਕਰ ਰਿਹਾ ਹੈ। ਤਾਂ ਉਹ ਕੀ ਕਹਿੰਦੇ ਆ, ਉਹਨਾਂ ਨੂੰ ਆਪਾਂ ਕਹਿੰਦੇ ਆ ਥਰਡ ਪਾਰਟੀ ਪ੍ਰੋਡਕਟਸ। ਫਸਟ ਇਜ਼ ਥਰਡ ਪਾਰਟੀ ਪ੍ਰੋਡਕਟਸ ਦੇ ਵਿੱਚ ਆਪਣੇ ਕੋਲ ਫਸਟ ਹੈ ਮਿਊਚੁਅਲ ਫੰਡਸ। ਮਿਊਚੁਅਲ ਫੰਡਸ ਕੀ ਹੈ? ਮਿਊਚੁਅਲ ਫੰਡਸ ਹੈਗੀ ਇਹ ਆਪਣੀ ਇਨਵੈਸਟਮੈਂਟ ਵਹੀਕਲ ਹੈ ਇੱਕ, ਜਿਹਦੇ ਵਿੱਚ ਆਪਾਂ ਪੈਸੇ ਨੂੰ ਪੂਲ ਕਰਦੇ ਹਾਂ। ਲਾਰਜ ਗਰੁੱਪ ਆਫ ਇਨਵੈਸਟਰਸ ਹੁੰਦੇ ਆ ਜਿਹੜੇ ਕਿ ਇਨਵੈਸਟ ਕਰਦੇ ਆ ਡਿਫਰੈਂਟ ਸਿਕਿਉਰਿਟੀਜ਼ ਦੇ ਵਿੱਚ। ਤਾਂ ਟੂ ਅਚੀਵ ਅ ਸਪੈਸੀਫਿਕ ਇਨਵੈਸਟਮੈਂਟ ਆਬਜੈਕਟਿਵ, ਜਿਵੇਂ ਮੰਨ ਲਓ ਇੱਕ ਗਰੁੱਪ ਹੈਗਾ 5 ਪਰਸਨਸ ਦਾ ਗਰੁੱਪ ਆ, ਤਾਂ 5 ਪਰਸਨਸ ਕੀ ਕਹਿੰਦੇ ਅਸੀਂ 1000 ਰੁਪੀਜ਼ ਨੂੰ ਇਨਵੈਸਟ ਕਰਨਾ ਹੈ। ਸਾਡੇ ਕੋਲ 1000 ਰੁਪੀਜ਼ ਹੈ, ਅਸੀਂ ਉਹਨੂੰ ਇਨਵੈਸਟ ਕਰਨਾ ਹੈ। ਦੈਟ ਮੀਨਸ ਅਗਰ ਆਪਾਂ 5 ਨਾਲ ਮਲਟੀਪਲਾਈ ਕਰਾਂਗੇ 5000 ਰੁਪੀਜ਼ ਹੋ ਜਾਊਗਾ। ਤਾਂ ਉਹ 5000 ਰੁਪੀਜ਼ ਨੂੰ ਕਿਤੇ ਇਨਵੈਸਟ ਕਰਨਾ ਚਾਹੁੰਦੇ ਆ, ਤਾਂ ਉਹ ਕੀ ਹੁੰਦਾ? ਇਨਵੈਸਟਮੈਂਟ ਵਹੀਕਲ ਹੁੰਦਾ, ਜਿਹੜੇ ਕਿ ਲਾਰਜ ਗਰੁੱਪ ਆਫ ਇਨਵੈਸਟਰਸ, ਚਲੋ ਆਪਾਂ ਤਾਂ 5 ਹੀ ਮੰਨੇ ਆ, ਇਹਦੇ ਵਿੱਚ 5000 ਵੀ ਹੋ ਸਕਦੇ ਆ, 10000 ਵੀ ਹੋ ਸਕਦੇ ਆ, ਡਿਪੈਂਡਸ ਔਨ ਦ ਗਰੁੱਪ ਨੰਬਰ ਆਫ ਪਰਸਨਸ ਜਾਂ ਇਨਵੈਸਟਰਸ ਤੇ। ਤਾਂ ਉਹ ਕੀ ਕਰਦੇ ਆ? ਇਨਵੈਸਟ ਇਨ ਅ ਵੈਰਾਈਟੀ ਆਫ ਸਿਕਿਉਰਿਟੀਜ਼ ਆਪਾਂ ਇਹਦੇ ਵਿੱਚ ਕੀ ਕਹਿ ਸਕਦੇ ਹਾਂ? ਆਪਾਂ ਸ਼ੇਅਰਸ ਦੇ ਵਿੱਚ ਕਹਿ ਸਕਦੇ ਹਾਂ ਪੈਸਾ ਲਾਉਂਦੇ ਆ ਉਹ, ਆਪਾਂ ਬੌਂਡਸ ਦੇ ਵਿੱਚ ਕਹਿ ਸਕਦੇ ਹਾਂ, ਜਾਂ ਕੋਈ ਵੀ ਹੋਰ ਜਿਵੇਂ ਮੰਨ ਲਓ ਗੋਲਡ ਹੋ ਗਿਆ ਉਹਦੇ ਵਿੱਚ ਹੋ ਗਿਆ। ਮਤਲਬ ਇਹ ਸਾਰੀਆਂ ਟਾਈਪ ਦੀਆਂ ਇਨਵੈਸਟਰਸ ਜਿਹੜੇ ਹੁੰਦੇ ਆ ਉਹ ਇਨਵੈਸਟਮੈਂਟਸ ਕਰਦੇ ਆ, ਉਹਨਾਂ ਨੂੰ ਆਪਾਂ ਮਿਊਚੁਅਲ ਫੰਡਸ ਕਹਿੰਦੇ ਆ। ਇਹਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਡਾਇਵਰਸੀਫਾਈਡ ਪੋਰਟਫੋਲੀਓ ਬਣਾ ਲੈਂਦੇ ਆਪਾਂ ਸਿਕਿਉਰਿਟੀਜ਼ ਦਾ। ਜਿਵੇਂ 5000 ਨੂੰ ਆਪਾਂ ਆਊਟ ਆਫ 5000 1000 ਆਪਾਂ ਸ਼ੇਅਰਸ ਦੇ ਵਿੱਚ ਇਨਵੈਸਟਮੈਂਟ ਕਰਤੀ ਉਹਨਾਂ ਦੀ, ਫਿਰ 1000 ਆਪਾਂ ਬੌਂਡਸ ਖਰੀਦ ਲਏ, ਉਸ ਤੋਂ ਬਾਅਦ ਆਪਾਂ ਜਿਹੜੇ ਬਾਕੀ ਆਪਣੇ ਕੋਲ 3000 ਰੁਪੀਜ਼ ਰਹਿ ਗਏ ਆਪਾਂ ਉਹਦਾ ਗੋਲਡ ਖਰੀਦ ਲਿਆ। ਤਾਂ ਐਂਡ ਆਫ ਦਾ ਟਾਈਮ ਕੀ ਹੁੰਦਾ ਹੈ, ਜਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕਰ ਲੈਂਦੇ ਹਾਂ, ਕੋਈ ਵੀ ਆਪਣੇ ਕੋਲ ਗੇਨਸ ਐਂਡ ਲਾਸਿਸ ਆਉਂਦੇ ਆ, ਤਾਂ ਉਹ ਮਿਊਚੁਅਲੀ ਜਿਹੜੇ ਹੁੰਦੇ ਆ ਉਹ ਗਰੁੱਪ ਆਫ 5 ਦੇ ਵਿੱਚ ਡਿਸਟਰੀਬਿਊਟ ਹੋ ਜਾਣਗੇ। ਅਗਰ ਪ੍ਰੋਫਿਟ ਹੋਊਗਾ, ਫॉर ਐਗਜ਼ਾਮਪਲ ਆਪਾਂ ਨੂੰ ਪ੍ਰੋਫਿਟ ਹੋਇਆ 1000 ਦਾ, ਤਾਂ ਅਗਰ ਆਪਾਂ 1000 ਡਿਵਾਈਡ ਬਾਈ 5 ਕਰਾਂਗੇ ਤਾਂ ਡੈਫੀਨੇਟਲੀ ਆਪਣੇ ਕੋਲ 200 ਪਰ ਪਰਸਨ ਰਹਿ ਜਾਊਗਾ। ਉਹ ਜਿਹੜਾ 200 ਪ੍ਰੋਫਿਟ ਹੈ ਉਹ ਈਚ ਪਰਸਨ ਨੂੰ 200 ਆਪਾਂ ਡਿਸਟਰੀਬਿਊਟ ਕਰ ਦਾਂਗੇ। ਇਹਨੂੰ ਆਪਾਂ ਕਹਿੰਦੇ ਮਿਊਚੁਅਲ ਫੰਡਸ। ਇਹਦੇ ਵਿੱਚ ਵੀ ਕੀ ਹੈ, ਕੰਪਨੀ ਜਿਹੜੀਆਂ ਹੁੰਦੀਆਂ ਮਿਊਚੁਅਲ ਫੰਡ ਕੰਪਨੀਜ਼ ਹੁੰਦੀਆਂ, ਉਹ ਬੈਂਕਸ ਨੂੰ ਕੀ ਕਰਦੀਆਂ? ਕਮਿਸ਼ਨ ਪੇ ਕਰਦੀਆਂ। ਤਾਂ ਕਮਿਸ਼ਨ ਇੱਕ ਹਿਸਾਬ ਦੀ ਕੀ ਹੋਗੀ, ਇੱਕ ਟਾਈਪ ਦੀ ਕੀ ਹੋਗੀ? ਇਨਕਮ ਫॉर द ਬੈਂਕ। ਇਨਕਮ ਫॉर द ਬੈਂਕ ਬਣ ਜਾਂਦੀ ਆ। ਠੀਕ ਹੈ ਜੀ। ਨੈਕਸਟ ਆਪਣੇ ਕੋਲ ਹੈਗਾ ਲਾਈਫ ਇੰਸ਼ੋਰੈਂਸ ਪ੍ਰੋਡਕਟਸ। ਤਾਂ ਸੈਕਿੰਡ ਆਪਾਂ ਦੱਸਿਆ ਸੀ ਵੀ ਇੰਸ਼ੋਰੈਂਸ ਪ੍ਰੋਡਕਟਸ ਹੋ ਗਏ। ਹੁਣ ਇੰਸ਼ੋਰੈਂਸ ਆਪਣੇ ਕੋਲ ਜਿਹੜੀ ਆ ਉਹ ਦੋ ਟਾਈਪ ਦੀ ਆ, ਇੱਕ ਲਾਈਫ ਇੰਸ਼ੋਰੈਂਸ ਹੋ ਗਈ ਐਂਡ ਇੱਕ ਨॉन ਲਾਈਫ ਇੰਸ਼ੋਰੈਂਸ। ਨॉन ਲਾਈਫ ਇੰਸ਼ੋਰੈਂਸ ਨੂੰ ਆਪਾਂ ਜਨਰਲ ਇੰਸ਼ੋਰੈਂਸ ਵੀ ਕਹਿ ਦਿੰਦੇ ਹਾਂ। ਲਾਈਫ ਇੰਸ਼ੋਰੈਂਸ ਦੇ ਵਿੱਚ ਕੀ ਹੈ? ਬੈਂਕ ਅਰਨ ਰੈਵਨਿਊ ਥਰੂ ਸੈਲਿੰਗ ਲਾਈਫ ਇੰਸ਼ੋਰੈਂਸ ਪਾਲਿਸੀਜ਼ ਔਨ ਬਿਹਾਫ ਆਫ ਇੰਸ਼ੋਰੈਂਸ ਕੰਪਨੀਜ਼। ਤਾਂ ਜਿਵੇਂ ਹੁਣ ਤੁਸੀਂ ਦੇਖੋ ਵੀ HDFC ਬੈਂਕ ਹੈ, HDFC ਬੈਂਕ ਦਾ HDFC ਲਾਈਫ ਕਰਕੇ ਵੀ ਇੱਕ ਕੰਪਨੀ ਹੈ। ਤਾਂ ਉਹ ਕੀ ਕਰਦੇ ਆ, ਜਿਹੜੇ ਵੀ HDFC ਬੈਂਕ ਦੇ ਕਸਟਮਰਸ ਹੁੰਦੇ ਆ, ਜ਼ਿਆਦਾਤਰ ਆਪਾਂ ਨੂੰ ਬੈਂਕਰਸ ਜਿਹੜੇ ਹੁੰਦੇ ਆ ਉੱਥੋਂ ਦੇ ਇੰਪਲੋਈਜ਼ ਹੁੰਦੇ ਆ, ਆਪਾਂ ਨੂੰ ਕਹਿੰਦੇ ਆ ਕਿ ਤੁਸੀਂ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਲਓ। ਤਾਂ ਉਹ ਜਿਹੜੀ ਲਾਈਫ ਇੰਸ਼ੋਰੈਂਸ ਪਾਲਿਸੀ ਆਪਾਂ ਨੂੰ ਕਹਿ ਰਹੇ ਆ, ਉਹ ਕੀ ਕਹਿ ਰਹੇ ਆ? ਦੇ ਆਰ ਸੈਲਿੰਗ ਦੇਅਰ ਥਰਡ ਪਾਰਟੀ ਪ੍ਰੋਡਕਟ। ਉਹ ਆਪਦਾ ਇੰਸ਼ੋਰੈਂਸ ਪ੍ਰੋਡਕਟ ਦਾ ਸੈਲ ਕਰ ਰਹੇ ਆ। ਠੀਕ ਹੈ ਜੀ। ਦ ਕੰਟਰੈਕਟ ਆਫ ਇੰਸ਼ੋਰੈਂਸ ਇਜ਼ ਬਿਟਵੀਨ ਇੰਸ਼ੋਰਰ ਐਂਡ ਦ ਇੰਸ਼ੋਰਡ। ਤਾਂ ਇੱਥੇ ਇੰਸ਼ੋਰਰ ਤੇ ਇੰਸ਼ੋਰਡ, ਇੰਸ਼ੋਰਡ ਕੌਣ ਹੁੰਦਾ? ਕਸਟਮਰ ਹੁੰਦਾ, ਤੇ ਇੰਸ਼ੋਰਰ ਕੌਣ ਹੁੰਦਾ? ਜਿਹੜੀ ਕੰਪਨੀ, ਜਿਵੇਂ HDFC ਹੈ,
ਜਿਹੜੀ ਕੰਪਨੀ ਇੰਸ਼ੋਰੈਂਸ ਕਰਕੇ ਦਿੰਦੀ ਹੈ। ਠੀਕ ਹੈ ਜੀ। ਬੈਂਕ ਜਸਟ ਅਰਨ ਕਮਿਸ਼ਨ ਬਾਈ ਸੈਲਿੰਗ ਦਾ ਇੰਸ਼ੋਰੈਂਸ ਪਾਲਿਸੀ, ਜਿਵੇਂ ਜਿਵੇਂ ਉਹ ਇੰਸ਼ੋਰੈਂਸ ਪਾਲਿਸੀਜ਼ ਨੂੰ ਸੈਲ ਕਰਦੀ ਹੈ ਉਵੇਂ ਉਵੇਂ ਬੈਂਕ ਨੂੰ ਕਮਿਸ਼ਨ ਮਿਲ ਜਾਂਦਾ ਹੈ। ਨੈਕਸਟ ਇਜ਼ ਨॉन ਲਾਈਫ ਇੰਸ਼ੋਰੈਂਸ ਪ੍ਰੋਡਕਟਸ। ਇਹ ਨॉन ਲਾਈਫ ਮੀਨਸ ਇਹਨਾਂ ਦਾ ਲਾਈਫ ਨਾਲ ਕੋਈ ਵੀ ਮਤਲਬ ਨਹੀਂ ਹੈ। ਠੀਕ ਹੈ ਜੀ। ਜਿਵੇਂ ਆਪਾਂ ਕਾਰ ਇੰਸ਼ੋਰੈਂਸ ਕਰਾ ਲਈ, फायर इंश्योरेंस करा ली, मैडिकल इंश्योरेंस करा ली, होम ओनर पॉलिसीज़ करा लियां, ऑटोमोबाइल इंश्योरेंस करा ली, ये सारियां अपनियां जनरल इंश्योरेंस पॉलिसीज़ आउंदियां या नॉन लाइफ इंश्योरेंस पॉलिसीज़ आउंदियां। ठीक है जी। ये यूजली जिहड़ी नॉन लाइफ इंश्योरेंस पॉलिसीज़ हुंदियां वो सिर्फ 1 ईयर दे लई हुंदियां ते लाइफ इंश्योरेंस पॉलिसीज़ दे विच अपने कोल डिफरेंट प्लान होंदे आ, अकॉर्डिंग टू दैट आपां कोई भी प्लान चूज कर सकते हैं। नैक्सट इज एडवांटेजेस ऑफ सैलिंग थर्ड पार्टी प्रोडक्ट्स बाय बैंक्स। तो मेन की हुंदा गा, बैंक्स ने आपदा प्रॉफिट्स इंक्रीज करने हुंदे है, तां करके उन्होंने अपनी सोर्स ऑफ इनकम नू डाइवर्सीफाई मीनस डिफरेंट डिफरेंट चीज़ां तो कलैक्ट करते हैं। ठीक है। जिवें अपने कोल पहलों आपदे प्रोडक्ट्स नू करते हैं, उन्हां दियां सर्विसेज जिहड़ियां हुंदियां आपां नू ओह प्रोवाइड करदे हैं, फिर आपां फी बेस सर्विसेज पढ़ियां सी, उन्हां चों ओह फीस चार्ज करके इनकम आउंदी है उन्हां नू। फिर जिवें हुण आपां स्टडी कर रहे हैं, आपां नूं इहदे विच बैंक कमिशन बेसिस ते काम करदा है, तां इहदे विच की है एडिशनल जिहड़ियां हुंदियां ओह सर्विसेज प्रोवाइड करके आपदी इनकम फ्रॉम डिफरेंट सोर्सिस ਉਹ कलैक्ट कर ਲੈਂਦੇ ਆ। डिसएडवांटेजेस ਕੀ ਹੁੰਦਾ? डिसएडवांटेजेस ਇਹ ਹੁੰਦੇ ਆ ਕਿ ਜਿਹੜੇ ਬੈਂਕਸ ਆ ਉਹ ਆਪਣਾ ਰੀਅਲ ਕੰਮ ਭੁੱਲ ਕੇ ਉਹ ਇਹਨਾਂ ਚੀਜ਼ਾਂ ਤੇ ਇਹ ਥਰਡ ਪਾਰਟੀ ਪ੍ਰੋਡਕਟਸ ਨੂੰ ਸੈਲ ਕਰਨ ਦੇ ਵਿੱਚ ਜ਼ਿਆਦਾ ਉਹ ਹੋ ਜਾਂਦੇ ਆ। ਦੈਨ ਲੈਕ ਆਫ ਨੌਲੇਜ ਐਂਡ ਕਲੈਰਿਟੀ ਔਨ ਪ੍ਰੋਡਕਟਸ। ਹੁਣ ਜਿਹੜੇ ਪਰਸਨ ਦਾ ਉਹ ਕੰਮ ਹੀ ਹੈ ਨਹੀਂ, ਜਿਹੜਾ ਆਪਣਾ ਕਿੱਤਾ ਹੀ ਹੈ ਨਹੀਂ, ਆਪਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਇਹ ਪ੍ਰੋਡਕਟ ਆਪਾਂ ਕਿਵੇਂ ਸੈਲ ਕਰਨਾ ਹੈ? ਤਾਂ ਲੈਕ ਆਫ ਨੌਲੇਜ ਹੁੰਦੀ ਹੈ ਉਹਨਾਂ ਨੂੰ, ਤੇ ਕਲੈਰਿਟੀ ਵੀ ਨਹੀਂ ਹੁੰਦੀ ਕਿ ਪ੍ਰੋਡਕਟ ਦੇ ਵਿੱਚ ਕੀ ਫੀਚਰਸ ਹੈ ਕੀ ਨਹੀਂ। ਫਿਰ ਫਰੋਡਸ ਵੀ ਬਹੁਤ ਹੁੰਦੇ ਆ। ਦੈਨ ਫਰੰਟ ਲਾਈਨ ਸਟਾਫ ਐਟ ਬੈਂਕਸ, ਉਹਨਾਂ ਨੂੰ ਜ਼ਿਆਦਾ ਇੰਟਰਸਟ ਇਹੀ ਹੋ ਜਾਂਦਾ ਕਿ ਆਪਾਂ ਇੰਸ਼ੋਰੈਂਸ ਵੇਚਣੀ ਹੈ ਜਾਂ ਆਪਾਂ ਕੋਈ ਹੋਰ थर्ड पार्टी प्रोडक्ट ਨੂੰ ਸੈਲ ਕਰਾਂਗੇ ਤੇ ਆਪਣੀ ਇਨਕਮ ਬਣ ਜੂਗੀ। ਸਟਾਫਸ ਮੇ ਬੀ ਅਨਟ੍ਰੇਨਡ ਟੂ ਦਾ ਜੌਬ ਐਂਡ ਡੂ ਨਾਟ ਟੇਕ ਰਿਸਪੌਂਸਿਬਿਲਿਟੀ ਆਫ ਦਾ ਆਊਟਕਮ ਇਨ ਐਨੀ ਮੈਨਰ। ਉਹ ਕੀ ਕਰਦੇ ਆ, ਉਹ ਇੰਸ਼ੋਰੈਂਸ ਪਾਲਿਸੀ ਸੈਲ ਤਾਂ ਕਰ ਦਿੰਦੇ ਆ, ਬਟ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹਦਾ ਆਫਟਰ ਕੀ ਆਊਟਕਮ ਕੀ ਆ। ਦੈਨ ਬੈਂਕ ਇਨਕਮ ਇਨ ਸੈਲਿੰਗ ਮਿਊਚੁਅਲ ਫੰਡਸ। ਤਾਂ ਇਹ 'ਚ ਆਪਾਂ ਪੜ੍ਹਿਆ ਸੀਗਾ ਮਿਊਚੁਅਲ ਫੰਡਸ ਦੇ ਵਿੱਚ ਕੀ ਹੁੰਦਾ ਹੈਗਾ। ਪਹਿਲਾ ਹੈਗਾ ਬੈਂਕ ਅਰਨਸ ਅਪ ਫਰੰਟ ਕਮਿਸ਼ਨ, ਟ੍ਰੇਲ ਕਮਿਸ਼ਨ। ਇਹਦੇ ਵਿੱਚ ਕੀ ਹੈ, ਅਪ ਫਰੰਟ ਕਮਿਸ਼ਨ ਕਿਹੜਾ ਹੁੰਦਾ? ਇਹ ਕਮਿਸ਼ਨ AMC ਇੱਕ ਮਿਊਚੁਅਲ ਫੰਡ ਕੰਪਨੀ ਹੈਗੀ, ਉਹ AMC ਹੁੰਦੀ ਹੈ, ਐਸੈਟ ਮੈਨੇਜਮੈਂਟ ਕੰਪਨੀ ਆਪਾਂ ਜਿਹਨੂੰ ਕਹਿੰਦੇ ਆ। ਇਹਦੀ ਫੁੱਲ ਫਾਰਮ ਵੀ ਹੈ ਐਸੈਟ ਮੈਨੇਜਮੈਂਟ ਕੰਪਨੀ ਹੈ, ਐਸੈਟ ਮੈਨੇਜਮੈਂਟ ਕੰਪਨੀ। ਤਾਂ ਇਹ ਕੰਪਨੀ ਕੀ ਕਰਦੀ ਹੈ, ਇਹ ਕੰਪਨੀ ਐਕਟ ਐਜ਼ ਅ ਇੰਟਰਮੀਡੀਏਟਰ। ਇਹ ਇੰਟਰਮੀਡੀਏਟਰ ਐਕਟ ਕਰਦੀ ਹੈ ਬਿਟਵੀਨ ਦ ਬੈਂਕ ਐਂਡ ਦ ਕਸਟਮਰ, ਜਾਂ ਆਪਾਂ ਕਹਿ ਦਈਏ ਕਿ ਏਜੰਟ ਐਜ਼ ਐਨ ਏਜੰਟ ਦਾ ਕੰਮ ਕਰਦੇ ਆ। ਟੂ ਬੈਂਕਸ ਐਜ਼ ਐਨ ਏਜੰਟ ਦਾ ਕੰਮ ਕਰਦੇ ਆ ਅਕੋਰਡਿੰਗ ਟੂ ਦਿਸ। ਤਾਂ ਜਿੰਨਾ ਵੀ ਬੈਂਕ ਨੂੰ ਪੈਸਾ ਕਲੈਕਟ ਹੁੰਦਾ ਹੈ ਮਿਊਚੁਅਲ ਫੰਡਸ ਦੇ ਵਿੱਚ, ਉਹ ਸਾਰਾ ਇਹ ਐਸੈਟ ਮੈਨੇਜਮੈਂਟ ਕੰਪਨੀ ਨੂੰ ਦੇ ਦਿੰਦੀ ਹੈ, ਉਹ ਅੱਗੇ ਆਪਣੇ ਸਿਕਿਉਰਿਟੀਜ਼ ਦੇ ਵਿੱਚ ਇਨਵੈਸਟਮੈਂਟ ਕਰਦੀ ਹੈ। ਟ੍ਰੇਲ ਕਮਿਸ਼ਨ ਹੁੰਦਾ ਜਿਹੜਾ ਕਮਿਸ਼ਨ ਪੇ ਟੂ ਏਜੰਟਸ। ਤਾਂ ਅਪ ਫਰੰਟ ਕਮਿਸ਼ਨ ਹੁੰਦਾ ਉਹ ਕੌਣ ਪੇ ਕਰਦਾ ਹੈਗਾ? ਬਾਈ AMC ਟੂ ਦ ਏਜੰਟਸ ਪੇ ਕਰਦੇ ਆ ਫਸਟ ਈਅਰ ਵਿਚ ਵੇਰੀਜ਼ ਫਰਮ ਸਕੀਮ ਟੂ ਸਕੀਮ। ਤੇ ਫਿਰ ਟ੍ਰੇਲ ਕਮਿਸ਼ਨ ਜਿਹੜਾ ਹੁੰਦਾ ਉਹ ਵੀ ਏਜੰਟਸ ਨੂੰ ਪੇ ਹੁੰਦਾ ਬਾਈ AMCs asset management companies pay ਕਰਦੀਆਂ in subsequent years which is a percentage total of the aspects under management। ਤਾਂ ਅਲੱਗ-ਅਲੱਗ ਤਰੀਕੇ ਨਾਲ ਏਜੰਟਸ ਨੂੰ ਜਿਹੜਾ ਹੈ, ਏਜੰਟਸ ਕੌਣ ਹੈ ਇੱਥੇ? ਬੈਂਕਸ ਹੀ ਆ। ਤਾਂ ਬੈਂਕਸ ਨੂੰ ਕੀ ਆ, ਕਮਿਸ਼ਨ ਪ੍ਰੋਵਾਈਡ ਹੁੰਦਾ ਰਹਿੰਦਾ ਅਕੋਰਡਿੰਗਲੀ। ਬੈਂਕ ਇਨਕਮ ਫॉर ਸੈਲਿੰਗ ਇੰਸ਼ੋਰੈਂਸ ਪ੍ਰੋਡਕਟਸ। ਤਾਂ ਉਹਦੇ ਵਿੱਚ ਕੀ ਆ, ਨੈਕਸਟ ਇਜ਼ ਮੈਕਸਿਮਮ ਆਫ 40% ਆਫ ਦਾ ਫਸਟ ਈਅਰਸ ਪ੍ਰੀਮੀਅਮ। ਫॉर ਐਗਜ਼ਾਮਪਲ ਕਿਸੇ ਨੇ ਪਾਲਿਸੀ ਕਰਵਾ ਲਈ 1 ਲੱਖ ਦੀ, ਉਹਦਾ ਹਰ ਜਿਹੜਾ ਮਹੀਨੇ ਦਾ ਉਹ ਹੈਗਾ ਪ੍ਰੀਮੀਅਮ ਆ ਉਹ 10,000 ਰੁਪੀਜ਼ ਹੈ, 10,000 ਰੁਪੀਜ਼। ਤਾਂ ਆਊਟ ਆਫ 10,000 ਰੁਪੀਜ਼ 40% ਮੀਨਸ 4,000 ਕੀ ਦਾ ਕਮਿਸ਼ਨ ਹੈ? ਬੈਂਕ ਦਾ ਕਮਿਸ਼ਨ ਹੈ, ਇੰਸ਼ੋਰੈਂਸ ਕੰਪਨੀਜ਼ ਉਹਨਾਂ ਨੂੰ ਪੇ ਕਰਦੀਆਂ। ਸੈਕਿੰਡ ਈਅਰ 7.5% ਆਫ ਸੈਕਿੰਡ ਈਅਰ ਪ੍ਰੀਮੀਅਮ। ਅਗਰ ਸੈਕਿੰਡ ਈਅਰ ਦਾ ਪ੍ਰੀਮੀਅਮ ਵੀ ਸੇਮ ਹੀ ਆ, ਦੈਟ ਮੀਨਸ 10,000 ਹੈ, ਤਾਂ ਉਹਦਾ 7.5% ਜਿਹੜਾ ਹੈ ਉਹ ਕਿਹਦੇ ਕੋਲ ਜਾਂਦਾ ਗਾ? ਉਹ ਵੀ ਬੈਂਕ ਦੀ ਇਨਕਮ ਹੋ ਜਾਂਦੀ ਹੈ। ਐਂਡ ਦੇਅਰ ਆਫਟਰ ਅਗਰ ਉਹ ਪਾਲਿਸੀ 5 ਈਅਰਸ ਵਾਸਤੇ ਚੱਲਣੀ ਹੈ, ਫਸਟ ਈਅਰ ਤਾਂ 40% ਹੋ ਗਿਆ, ਸੈਕਿੰਡ ਈਅਰ 7.5% ਹੋ ਗਿਆ,
3rd ਈਅਰ 4 ਈਅਰ 5 ਈਅਰ ਇਹ ਤਿੰਨੋਂ ਈਅਰਸ ਦੇ ਵਿੱਚ ਉਹਨਾਂ ਨੂੰ ਹਰ ਈਅਰ 5% ਆਫ ਦਾ ਪ੍ਰੀਮੀਅਮ ਅਮਾਊਂਟ ਮਿਲੂਗੀ। ठीक है जी। द कमीशन पेड इज लिमिटेड टू 2% इन केस ऑफ सिंगल प्रीमियम पॉलिसीज। तो अगर इन केस सिंगल प्रीमियम पॉलिसीज मीनस वन टाइम पेमेंट वाली जड़ियाँ पॉलिसीज होंदियां, जिवें मैं कहां भी मैं लाइफ इंश्योरेंस पॉलिसी लै ली 20 ਲੱਖ ਰੁਪੀਸ ਦੀ, ਤਾਂ ਵਨ ਟਾਈਮ ਪੇਮੈਂਟ ਮੈਂ ਕਰਤੀ 20 ਲੱਖ ਦੀ, ਤਾਂ ਉਹ ਵਨ ਟਾਈਮ ਪੇਮੈਂਟ ਜਿਹੜੀ ਹੁੰਦੀ ਆ ਉਹਨੂੰ ਆਪਾਂ ਸਿੰਗਲ ਪ੍ਰੀਮੀਅਮ ਪੋਲਿਸੀਜ਼ ਕਹਿ ਦਿੰਦੇ ਆ। ਇੱਕ ਵਾਰੀ ਜੀ ਆਪਾਂ ਸਾਰਾ ਪ੍ਰੀਮੀਅਮ ਆਪਾਂ ਪੇ ਕਰ ਦਿੰਦੇ ਆ, ਉਹਦੇ ਵਿੱਚ 2% ਹੁੰਦਾ, ਤਾਂ ਇਹਦਾ 2% ਅਗਰ ਆਪਾਂ ਕੈਲਕੂਲੇਟ ਕਰਾਂਗੇ ਤਾਂ ਦੈਟ ਮੀਨਸ ਇਟ ਵਿਲ ਬੀ ਨੀਅਰ ਅਬਾਊਟ 40,000 ਰੁਪੀਸ। Then pension plans ਹੁੰਦੇ ਆ, commission is limited to 7.5% of first year's premium and 2% thereafter। ਅਗਰ pension plans ਲਾਉਂਦੇ ਆ ਹਰ ਮੰਥ ਆਪਾਂ ਕੋਈ ਨਾ ਕੋਈ ਅਮਾਊਂਟ ਆਪਾਂ ਪੇ ਕਰਦੇ ਆ, ਤਾਂ ਉਹਦੇ ਅਕੋਰਡਿੰਗ ਆਪਾਂ ਨੂੰ ਕਮਿਸ਼ਨ ਮਿਲਦਾ ਰਹਿੰਦਾ, that is to the bank। Thank you so much।